is Ajaypal Singh from Western Results Academy Patna. Today I am going to teach you reading strategy for match the opinions or the match the statements. Okay, so ਆਪਾਂ opinions ਜਾਂ statements ਦੇ ਜਿਹੜੀ ਮੈਚਿੰਗ ਕਰਦੇ ਆ ਆਪਾਂ ਕਿਸ ਤਰੀਕੇ ਨਾਲ ਕਰਦੇ ਆ ਅੱਜ ਆਪਾਂ ਬੇਸਿਕਲੀ ਉਹੀ ਸਟ੍ਰੈਟਜੀ ਹੀ ਡਿਸਕਸ ਕਰਾਂਗੇ. ਓਕੇ, ਸਟ੍ਰੈਟਜੀ ਕਿਸ ਤਰੀਕੇ ਦੀ ਹੋਏਗੀ? ਸਟ੍ਰੈਟਜੀ ਇੰਨੀ ਜ਼ਿਆਦਾ ਵਧੀਆ ਹੋਏਗੀ ਤੁਹਾਡੇ ਲਈ ਕਿ ਇਨ ਆਰਡਰ ਟੂ ਫਾਈਂਡ ਯੂਰ ਕਰੈਕਟ ਆਂਸਰ ਇਨ ਅ ਵੈਰੀ ਲੈਸ ਟਾਈਮ. ਆਪਾਂ ਇਹ ਚੀਜ਼ ਚਾਹੁੰਦੇ ਹਾਂ ਕਿ ਆਪਾਂ ਨੂੰ ਆਪਣਾ ਆਨਸਰ ਜਲਦੀ ਤੋਂ ਜਲਦੀ ਮਿਲ ਜੇ. ਬਟ ਆਪਣੀ ਕਨਫਿਊਜ਼ਨ ਕੀ ਹੁੰਦੀ ਹੈ ਕਿ ਪ੍ਰੋਪਰ ਮੈਥਡ ਨਹੀਂ ਆਪਾਂ ਨੂੰ ਪਤਾ. ਲਾਸਟ ਵੀਡੀਓ ਦੇ ਵਿੱਚ ਵੀ ਮੈਂ ਇਹ ਕਿਹਾ ਸੀਗਾ ਕਿ ਵਿਦਆਊਟ ਸਟ੍ਰੈਟਜੀ ਕੋਈ ਵੀ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਸਕਦਾ. ਓਕੇ, ਹੌਸ਼-ਪੌਸ਼ ਹੋ ਜਾਂਦਾ ਹੈ. ਪ੍ਰੋਪਰ ਤਰੀਕੇ ਨਾਲ ਕੰਮ ਕਰਨ ਲਈ ਆਪਾਂ ਨੂੰ ਸਟ੍ਰੈਟਜੀ ਦੀ ਹੀ ਲੋੜ ਪੈਂਦੀ ਹੈ. ਸਟ੍ਰੈਟਜੀ ਤੋਂ ਬਿਨਾਂ ਆਪਾਂ ਜਾਂ ਪ੍ਰੋਪਰ ਟੈਕਨੀਕ ਪ੍ਰੋਪਰ ਮੈਥਡ ਤੋਂ ਬਿਨਾਂ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ, ਚਾਹੇ ਤੁਸੀਂ ਕੋਈ ਵੀ ਕੰਮ ਲੈ ਲਓ. ਓਕੇ, ਸੋ ਪਹਿਲਾਂ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਮੈਚ ਦਾ ਓਪੀਨੀਅਨ ਜਾਂ ਮੈਚ ਦਾ ਸਟੇਟਮੈਂਟਸ ਦੇ ਵਿੱਚ ਕੀ ਹੁੰਦਾ. ਇਨ ਦਿਸ ਯੂ ਆਰ ਗਿਵਨ ਕੁਐਸਚਨ ਸਟੇਟਮੈਂਟਸ 4 to 5 ਸਟੇਟਮੈਂਟਸ ਹੋ ਜਾਣਗੀਆਂ, ਬਟ ਇੱਕ ਸ਼ੋਰਟ ਨਹੀਂ ਕਿ 4 to 5 ਹੋਣ, 6 to 7 ਜਾਂ ਇਵਨ 8 to 9 ਵੀ ਹੋ ਸਕਦੀਆਂ ਨੇ. ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਪੈਸੇਜ ਹੈ ਹਾਊ ਲੌਂਗ ਔਰ ਹਾਊ ਸ਼ਾਰਟ ਯੂਰ ਪੈਸੇਜ ਇਜ਼. ਤੁਹਾਡਾ ਪੈਸੇਜ ਜਿਹੜਾ ਕਿੰਨਾ ਲੌਂਗ ਹੈ ਜਾਂ ਕਿੰਨਾ ਸ਼ਾਰਟ ਹੈ. ਓਕੇ, along with these question statements you are also given the list. ਹਾਂਜੀ, ਤੁਹਾਨੂੰ ਲਿਸਟ ਦਿੱਤੀ ਜਾਂਦੀ ਹੈ ਨੀਚੇ. the list of names ਦੀ ਲਿਸਟ ਹੁੰਦੀ ਹੈ. names of what? names of people, ਲੋਕਾਂ ਦੇ ਨੇਮ ਹੋ ਸਕਦੇ ਨੇ ਉਹ. names of writers ਦੇ ਹੋ ਸਕਦੇ ਨੇ ਜਾਂ scientists ਦੇ ਹੋ ਸਕਦੇ ਨੇ. ਤੇ ਤੁਸੀਂ and you need to match those names with these question statements. ਸਮਝ ਗਏ? ਇਹ ਜਿਹੜੇ names ਨੇ ਤੁਸੀਂ ਇਸ question statements ਨਾਲ ਮੈਚ ਕਰਨੇ ਨੇ with proper understanding. ਮੈਂ ਵਾਰ-ਵਾਰ ਇਸੇ ਚੀਜ਼ ਤੇ ਹੀ ਮੈਂ ਅੱਜ ਇੰਫੈਸਿਸ ਕਰੂੰਗਾ ਕਿ ਤੁਸੀਂ ਪ੍ਰੋਪਰ ਅੰਡਰਸਟੈਂਡਿੰਗ ਨਾਲ ਕਰਨਾ. ਕੋਈ ਤੁੱਕਾ ਤੀਰ ਤੁੱਕਾ ਨਹੀਂ ਲਗਾਉਣਾ. ਕੁਝ ਵਰਡਸ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਦੇ ਨਾਲ ਲੱਗਣ ਨਾਲ ਸਟੇਟਮੈਂਟ ਦੇ ਵਿੱਚ ਪ੍ਰੋਪਰ ਹੀ ਉਹਦਾ ਮੀਨਿੰਗ ਹੀ ਚੇਂਜ ਹੋ ਜਾਂਦਾ. ਫਿਰ ਤੁਸੀਂ ਸੋਚਦੇ ਕਿ ਮੈਂ ਇਹ ਲਿਖਿਆ ਸੀਗਾ ਉਹ ਚੀਜ਼ ਕਿਵੇਂ ਆ ਗਈ, ਹੈ ਨਾ. ਅਗੇਨ ਆਈ ਵੁੱਡ ਸੇ ਤੁਸੀਂ ਪ੍ਰੋਪਰ ਅੰਡਰਸਟੈਂਡਿੰਗ. ਓਕੇ, ਸੋ ਪ੍ਰੋਪਰ ਅੰਡਰਸਟੈਂਡਿੰਗ ਦੇ ਨਾਲ ਤੁਸੀਂ ਉਸ ਨੂੰ ਮੈਚ ਕਰਨਾ ਕੀਵਰਡਸ ਨੂੰ, ਜਾਂ ਕੋਈ ਵੀ ਹੋਊਗਾ ਤੁਹਾਡਾ ਤਰੀਕਾ. ਓਕੇ, ਅਕੋਰਡਿੰਗ ਟੂ ਦਾ ਗਿਵਨ ਪੈਸੇਜ ਦੇ ਵਿੱਚ ਜਾ ਕੇ ਪਹਿਲਾਂ ਤੁਸੀਂ ਦੇਖੋਗੇ. ਸੋ ਇਹਦੇ ਕਰਨ ਦੇ ਤਰੀਕੇ ਬਹੁਤ ਨੇ. ਕਾਫੀ ਜ਼ਿਆਦਾ ਸਟੂਡੈਂਟਸ ਇਹ ਕਨਫਿਊਜ਼ ਹੋ ਜਾਂਦੇ ਨੇ ਕਿ ਪਹਿਲਾਂ ਅਸੀਂ ਦੱਸੋ ਸਰ ਕੁਐਸਚਨ ਸਟੇਟਮੈਂਟਸ ਪੜ੍ਹੀਏ ਜਾਂ ਪਹਿਲਾਂ ਅਸੀਂ ਲਿਸਟ ਪੜ੍ਹੀਏ ਜਾਂ ਕੁਐਸਚਨ ਸਟੇਟਮੈਂਟ ਨੂੰ ਮਾਰਕ ਕਰਕੇ ਫਿਰ ਕੱਲਾ ਕਰਕੇ ਕਰੀਏ ਜਾਂ ਇਹ ਕਰਕੇ ਕੱਲਾ ਕੁਐਸਚਨ ਸਟੇਟਮੈਂਟ ਕਰੀਏ. ਆਪਾਂ ਬੈਸਟ ਤਰੀਕਾ ਕੀ ਹੈ? ਅੱਜ ਆਪਾਂ ਉਹੀ ਬੈਸਟ ਤਰੀਕਾ ਤੁਹਾਨੂੰ ਮੈਂ ਡਿਸਕਸ ਕਰਨ ਜਾ ਰਿਹਾ ਕਿ ਬੈਸਟ ਤਰੀਕਾ ਇਨ ਆਰਡਰ ਟੂ ਲੋਕੇਟ ਯੂਰ ਆਨਸਰ, ਯੂਰ ਕਰੈਕਟ ਆਨਸਰ. ਯੈਸ, ਕਰੈਕਟ ਆਨਸਰ ਇਨ ਅ ਵੈਰੀ ਲੈਸ ਟਾਈਮ, ਘੱਟ ਤੋਂ ਘੱਟ ਟਾਈਮ ਦੇ ਵਿੱਚ, ਔਰ ਆਈ ਕੈਨ ਸੇ ਸ਼ਾਰਟ ਮਤਲਬ ਪੀਰੀਅਡ ਦੇ ਟਾਈਮ ਦੇ ਵਿੱਚ. ਇਨ ਸ਼ਾਰਟ ਪੀਰੀਅਡ ਆਫ ਟਾਈਮ ਯੂ ਕੈਨ ਗੈਟ ਯੂਰ ਕਰੈਕਟ ਆਨਸਰ ਵੈਰੀ ਫਾਸਟ. ਬਾਕੀ ਤੁਹਾਡੀ ਪ੍ਰੈਕਟਿਸ ਤੇ, ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਉਨਾ ਜਲਦੀ ਤੁਹਾਨੂੰ ਇਹ ਆਨਸਰ ਜਲਦੀ ਮਿਲ ਜਾਏਗਾ. ਤੁਸੀਂ ਹੈਪਚੁਅਲ ਹੋਵੋਗੇ ਇਸ ਜਿਹੜੇ 6 ਸਟੈਪਸ ਨੇ. ਓਕੇ, ਬਹੁਤ ਹੀ ਜ਼ਿਆਦਾ ਈਜ਼ੀ ਨੇ, ਬਹੁਤ ਹੀ ਜ਼ਿਆਦਾ ਪਾਵਰਫੁਲ ਵੀ ਨੇ. ਓਕੇ, ਪਾਵਰਫੁਲ ਇਸ ਲਈ ਕਹਿ ਰਿਹਾ ਕਿ ਇਹ ਇੱਕ ਪ੍ਰੋਪਰ ਸਟ੍ਰੈਟਜੀ ਹੈ. ਇਸ ਨੂੰ ਪ੍ਰੋਪਰ ਤਰੀਕੇ ਨਾਲ ਠੰਡੇ ਦਿਮਾਗ ਨਾਲ ਇਹਨਾਂ ਨੂੰ ਸਮਝੋ. ਸੋ ਇਹਨੂੰ ਆਪਾਂ ਸੋਲਵ ਕਰਦੇ ਹਾਂ. ਸੋ ਕਮ ਔਨ ਇਨ. ਸੋ ਸਭ ਤੋਂ ਪਹਿਲਾਂ ਕੀ ਹੈ, ਤੁਹਾਡੇ ਕੋਲ ਪੈਸੇਜ ਆ ਗਿਆ. ਪੈਸੇਜ ਆ ਕੇ ਤੁਸੀਂ ਪਹਿਲਾਂ ਕੀ ਕਰਨਾ ਹੈ? ਮੇਬੀ ਤੁਸੀਂ ਪੈਸੇ ਥੋੜਾ ਜਿਹਾ ਇਹ ਦੇਖ ਸਕਦੇ ਹੋ, ਓਵਰਵਿਊ ਲੈ ਸਕਦੇ ਹੋ ਪੈਸੇ ਦਾ ਕਿ ਪੈਸੇਜ ਇਜ਼ ਆਲ ਅਬਾਊਟ. ਓਕੇ, ਥੋੜਾ ਪੈਸੇਜ ਕਿਸ ਬਾਰੇ ਹੈ. ਓਕੇ, ਵਾਟਸ ਯੂਰ ਪੈਸੇਜ ਇਜ਼ ਆਲ ਅਬਾਊਟ. ਸਭ ਤੋਂ ਪਹਿਲਾਂ ਤੁਸੀਂ ਉਹ ਚੀਜ਼ ਦੇਖ ਸਕਦੇ ਹੋ, ਓਵਰਵਿਊ ਲੈ ਸਕਦੇ ਹੋ. ਬਟ ਆਫਟਰ ਦੈਟ ਜਾਂ ਬਿਫੋਰ ਦੈਟ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਕਿ ਸਭ ਤੋਂ ਪਹਿਲਾਂ ਤੁਸੀਂ ਰੀਡ ਐਂਡ ਅੰਡਰਸਟੈਂਡ ਦਾ ਇਨਸਟਰਕਸ਼ਨਸ ਕੇਅਰਫੁਲੀ. ਹਾਂਜੀ, ਰੀਡ ਐਂਡ ਅੰਡਰਸਟੈਂਡ ਦਾ ਇਨਸਟਰਕਸ਼ਨਸ ਕੇਅਰਫੁਲੀ. ਮੈਂ 2 ਵਾਰੀ ਕਿਉਂ ਪੜ੍ਹਿਆ ਕਿ ਘੱਟ ਤੋਂ ਘੱਟ ਜਿਹੜੀਆਂ ਇਨਸਟਰਕਸ਼ਨ ਨੇ ਕਈ ਸਟੂਡੈਂਟਸ ਨਹੀਂ ਪੜ੍ਹਦੇ. 2 ਤੋਂ 3 ਵਾਰੀ ਇਹਨੂੰ ਪਲੀਜ਼ ਇਸ ਨੂੰ ਪੜ੍ਹੋ ਕਿ ਕੁਐਸਚਨ ਡਿਮਾਂਡ ਕੀ ਕਰ ਰਿਹਾ. ਕੁਐਸਚਨ ਹੋਰ ਪੁੱਛ ਰਿਹਾ, ਆਨਸਰ ਆਪਾਂ ਹੋਰ ਕਰ ਰਹੇ ਹਾਂ. ਕਈ ਵਾਰੀ ਇਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਜਿਹੜੇ ਰਾਈਟਰਸ ਦੇ ਨੇਮ ਨੇ ਉਹ ਇੱਕ ਤੋਂ ਵੱਧ ਤੁਸੀਂ ਯੂਜ਼ ਕਰ ਸਕਦੇ ਹੋ ਜਾਂ ਨਹੀਂ ਯੂਜ਼ ਕਰ ਸਕਦੇ. ਓਕੇ, ਸੋ ਇਹ ਇਨਸਟਰਕਸ਼ਨ ਦਿੱਤੀਆਂ ਹੁੰਦੀਆਂ ਨੇ, ਇਹ ਤੁਸੀਂ ਦੇਖਣਾ. ਜਾਂ ਕਈ ਵਾਰ ਇਹ ਹੁੰਦਾ ਹੈ ਕਿ ਰਾਈਟਰਸ ਦੇ ਨੇਮ ਜ਼ਿਆਦਾ ਵੱਡੇ ਹੁੰਦੇ ਨੇ ਜਾਂ ਨਾ ਵੀ ਵੱਡੇ ਹੋਣ, ਉਹਨਾਂ ਨੇ ਮੇਬੀ ਕਈ ਵਾਰੀ ਲਿਖਿਆ ਹੁੰਦਾ ਕਿ ਤੁਸੀਂ ਉਹਨਾਂ ਦੇ ਇਨੀਸ਼ੀਅਲਸ ਪਾਓ. ਜਿਵੇਂ ਮੇਰਾ ਨਾਮ ਹੈ ਅਜੇਪਾਲ ਸਿੰਘ. ਸੋ ਮੇਰੇ ਇਨੀਸ਼ੀਅਲਸ ਕੀ ਹੋਣਗੇ? ਮੰਨ ਲਓ ਕੋਈ ਸਟੇਟਮੈਂਟ ਮੈਂ ਦਿੱਤੀ, ਅਜੇਪਾਲ ਸਿੰਘ ਨੇ ਸਟੇਟਮੈਂਟ ਦਿੱਤਾ, ਤੁਸੀਂ ਮੇਰਾ ਨਾਮ ਲਿਖ ਦੋਗੇ ਅਜੇਪਾਲ ਸਿੰਘ. ਤੁਹਾਨੂੰ ਪਤਾ ਸਹੀ ਹੈ, ਬਟ ਐਗਜ਼ਾਮੀਨਰ ਨੇ ਉਹ ਚੀਜ਼ ਗਲਤ ਕਰ ਦੇਣੀ ਹੈ ਕਿਉਂਕਿ ਤੁਸੀਂ ਇਨਸਟਰਕਸ਼ਨਸ ਨੂੰ ਫੋਲੋ ਨਹੀਂ ਕੀਤਾ. ਤੁਸੀਂ ਇਨਸਟਰਕਸ਼ਨਸ ਨੂੰ ਫੋਲੋ ਨਹੀਂ ਕੀਤਾ. ਇਨੀਸ਼ੀਅਲਸ, ਅਜੇਪਾਲ ਸਿੰਘ ਦੇ ਇਨੀਸ਼ੀਅਲਸ ਕੀ ਹੋਣਗੇ? AS. ਸੋ ਇਹ ਚੀਜ਼ ਪਲੀਜ਼ ਤੁਸੀਂ ਇਨਸਟਰਕਸ਼ਨ ਨੂੰ 2 ਤੋਂ 3 ਵਾਰੀ ਜ਼ਰੂਰ ਪੜ੍ਹੋ ਕਿ ਤੁਸੀਂ ਇੱਕ ਵਾਰੀ ਪੜ੍ਹ ਕੇ ਦੁਬਾਰਾ ਤੁਹਾਨੂੰ ਪੜ੍ਹਨ ਦੀ ਲੋੜ ਨਾ ਪਵੇ. ਓਕੇ, ਸੋ ਫਸਟ ਸਟੈਪ ਆਪਣਾ ਹੋ ਗਿਆ. ਸੋ ਆਪਾਂ ਸੈਕਿੰਡ ਦੇਖਦੇ ਹਾਂ. ਹਾਈਲਾਈਟ ਦਾ ਨੇਮਸ ਆਫ ਪੀਪਲ ਇਨ ਗਿਵਨ ਲਿਸਟ. ਹਾਂਜੀ, ਦੇਖੋ ਜਿਹੜੀ ਗਿਵਨ ਲਿਸਟ ਤੁਹਾਨੂੰ ਦਿੱਤੀ ਹੋਈ ਹੈ, ਗਿਵਨ ਲਿਸਟ ਦੇ ਵਿੱਚ ਜਿਹੜੇ ਕਿ ਨੇਮਸ ਲਿਖੇ ਹੋਏ ਨੇ, ਲੋਕਾਂ ਦਾ ਨੇਮ ਲਿਖਿਆ ਹੋਇਆ ਹੈ,
ओके राइटर का साइंटिस्ट का सब तो पहला उसको अंडरलाइन करो। ओके अंडरलाइन करते करते थोड़ा मैमोराइज हो जाएंगे क्योंकि जो नेम्स ने ਜਾਂ डेट्स ने वो ਆਪਾਂ ਨੂੰ ਈਜ਼ੀਲੀ मतलब अपने माइंड ਦੇ ਵਿੱਚ ਬਹਿ ਜਾਂਦੇ ਨੇ, ਆਪਾਂ ਨੂੰ ਈਜ਼ੀਲੀ ਯਾਦ ਹੋ ਜਾਂਦੇ ਨੇ ਕਿਉਂਕਿ ਜਦੋਂ ਆਪਾਂ ਦੁਬਾਰਾ ਉਹਨੂੰ ਸਕੈਨ ਕਰਦੇ ਆ, ਸਕੈਨ ਕਰਕੇ ਲੋਕੇਸ਼ਨ ਕਰੀ ਉਸ ਤੋਂ ਬਾਅਦ ਫਿਰ ਆਪਣੀ ਸਕੀਮਿੰਗ ਅੱਛੀ ਤਰੀਕੇ ਨਾਲ ਹੋ ਜਾਂਦੀ ਹੈ। ਸੋ ਉਹ ਜਿਹੜੇ ਵਰਡਸ ਆਪਣੇ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਕੀ ਹੈ ਕਿ ਜਿਹੜੇ ਇਹ ਵਰਡਸ ਨੇ ਓਕੇ ਨੇਮਸ ਨੇ ਸੌਰੀ ਉਹਨਾਂ ਨੂੰ ਤੁਸੀਂ ਅੰਡਰਲਾइन करो। ओके उस तो बाद की करना है स्कैन द टेक्स्ट एंड मार्क द लोकेशन ऑफ कीवर्ड्स। ਇਹ ਜਿਹੜੇ ਰਾਈਟਰਸ ਨੇ ਜਾਂ ਸਾਇੰਟਿਸਟ ਨੇ ਇਹਨਾਂ ਦਾ ਨੇਮ ਤੁਸੀਂ ਮਾਰਕ ਕਰ ਲਿਆ। ਕੁਐਸਚਨ ਦੇ ਵਿੱਚ ਇਹ ਚੀਜ਼ਾਂ ਪਈਆਂ ਨੇ, ਉਹਨਾਂ ਨੇ ਕਹਿਤਾ ਆਪਾਂ ਨੂੰ ਵੀ ਉਹਨਾਂ ਨੂੰ ਮਾਰਕ ਕਰਕੇ ਦੱਸੋ ਵੀ ਸਹੀ ਆਨਸਰ ਕਿਹੜਾ, ਕਿਹੜੇ ਰਾਈਟਰ ਨੇ ਕਿਹੜੀ ਚੀਜ਼ ਕਹੀ ਹੈ। ਓਕੇ ਆਪਾਂ ਹਲੇ ਕੁਐਸਚਨ ਸਟੇਟਮੈਂਟ ਤੇ ਨਹੀਂ ਗਏ ਜੀ, ਹਲੇ ਆਪਾਂ ਕੁਐਸਚਨ ਸਟੇਟਮੈਂਟ ਤੇ ਨਹੀਂ ਜਾਣਾ। ਇਹ ਬਿਲਕੁਲ ਈਜ਼ੀ ਸਟ੍ਰੈਟਜੀ ਹੈ। ਓਕੇ ਕਾਫੀ ਜ਼ਿਆਦਾ ਈਜ਼ੀ ਹੈ ਤੇ ਕਾਫੀ ਜ਼ਿਆਦਾ ਹੈਲਪਫੁਲ ਵੀ ਹੋਏਗੀ ਤੁਹਾਡੇ ਲਈ। ਸੋ ਜੋ ਲਿਖੇ ਹੋਏ ਨੇ ਨੇਮ ਨੂੰ ਮਾਰਕ ਕਰਿਆ ਸੌਰੀ फिर जिथे ते लोकेशन लिखी हुई है जे एक नेम एक बार लिखा उन्होंने अंडरलाइन करो, जिन्ने बार भी नेम लिखा उन्होंने अंडरलाइन करी चलो। ਉਹਦਾ थोड़ा टाइम बचेगा क्योंकि ਜਦੋਂ ਤੁਸੀਂ ਕੁਐਸਚਨ ਦੇ ਵਿੱਚ ਚਲੇ ਗਏ, ਕੁਐਸਚਨ ਦੇ ਵਿੱਚ ਕੋਈ ਵੀ ਚੀਜ਼ ਲੈ ਕੇ ਆਏ ਤੁਸੀਂ ਫਟਾਫਟ ਇਹ ਨਹੀਂ ਦੇਖਣਾ ਵੀ ਮੰਨ ਲਓ ਥੋੜਾ ਪੈਸੇਜ ਕਾਫੀ ਜ਼ਿਆਦਾ ਡਿਫਿਕਲਟ ਹੈ ਓਕੇ ਵੱਡਾ ਹੈ ਓਕੇ 1-1.5 पेज ਦਾ ਥੋੜਾ ਪੈਸੇਜ ਯੂ ਆਰ ਹੈਵਿੰਗ। ਸੋ ਉਹਦੇ ਵਿੱਚ ਤੁਸੀਂ ਦੇਖੋਗੇ ਰਾਈਟਰ ਕਿੱਥੇ ਲਿਖਿਆ ਓਕੇ ਬਜਾਏ ਉਹਦੇ ਤੁਸੀਂ ਰਾਈਟਰ ਦਾ ਪਹਿਲਾਂ ਹੀ ਤੁਸੀਂ मतलब ਉਸ ਨੂੰ ਅੰਡਰਲਾइन ਕਰ ਲਿਆ ਓਕੇ। ਸੋ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਈਜ਼ੀ ਹੋਏਗਾ ਕਿਉਂਕਿ ਤੁਹਾਨੂੰ ਲੋਕੇਸ਼ਨ ਤੁਹਾਨੂੰ ਆਲਰੇਡੀ ਪਤਾ ਹੋਏਗੀ, ਲੋਕੇਸ਼ਨ ਪਤਾ ਹੋਣੀ ਜਲਦੀ ਜਲਦੀ ਜਾ ਕੇ। ਸੋ ਇਹਦਾ ਤੁਹਾਨੂੰ ਆਨਸਰ ਕੀ ਹੈ ਬਹੁਤ ਜਲਦੀ ਤੁਹਾਨੂੰ ਮਿਲ ਜੂਗਾ ਇਹਦਾ ਆਨਸਰ ਓਕੇ। ਉਸ ਤੋਂ ਬਾਅਦ ਕੀ ਹੈ ਸਕੈਨ ਦਾ ਟੈਕਸਟ ਐਂਡ ਮਾਰਕ ਦਾ ਲੋਕੇਸ਼ਨ ਆਫ ਕੀਵਰਡਸ, ਕੀਵਰਡਸ ਨੂੰ ਮਾਰਕ ਕਰ ਲਿਆ ਓਕੇ। ਉਸ ਤੋਂ ਬਾਅਦ ਕੀ ਹੈ ਆਪਣਾ ਜਿਹੜਾ ਫੋਰਥ ਹੈ ਰੀਡ ਦਾ ਸਟੇਟਮੈਂਟ ਐਂਡ ਅੰਡਰਲਾइन ਮੇਨ ਕੀਵਰਡਸ ਓਕੇ। ਮੈਂ ਦੁਬਾਰਾ ਪੜ੍ਹ ਲੈਣਾ ਰੀਡ ਦਾ ਸਟੇਟਮੈਂਟ ਅੰਡਰਲਾइन ਮੇਨ ਕੀਵਰਡਸ। ਸਟੇਟਮੈਂਟ ਆਪਾਂ ਹੁਣ ਪੜ੍ਹਨੀ ਹੈ, ਚੌਥਾ ਸਟੈਪ ਹੈ। ਪਹਿਲਾ ਸਟੈਪ ਕੀ ਹੈ ਆਪਣਾ ਜੋ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਪਹਿਲਾਂ ਆਪਾਂ ਉਹ ਪੜ੍ਹਨੀਆਂ ਨੇ। ਉਸ ਤੋਂ ਬਾਅਦ ਜੋ ਲੋਕਾਂ ਦਾ ਨਾਮ ਹੈ ਉਹਨੂੰ ਅੰਡਰਲਾइन ਕਰਨਾ ਪ੍ਰੋਪਰ, ਉਹਨੂੰ ਅੰਡਰਲਾइन ਕਰਕੇ ਪੈਸੇ ਦੇ ਵਿੱਚ ਜਾਣਾ ਆਪਾਂ ਜਿੱਥੇ ਤੇ ਲਿਖੇ ਹੋਏ ਨੇ ਉਹਨਾਂ ਨੂੰ ਅੰਡਰਲਾइन ਕਰਨਾ ਆਪਾਂ ਠੀਕ ਹੈ। ਇਹ ਸੈਕੰਡ ਸਟੈਪ ਸੀ। ਥਰਡ ਸਟੈਪ ਸੀਗਾ ਆਪਣਾ ਓਕੇ ਜਦੋਂ ਲੋਕੇਸ਼ਨ ਮਾਰਕ ਹੋ ਗਈ ਆਪਾਂ ਪੜ੍ਹਨਾ ਨਹੀਂ ਹੈਗਾ, ਆਪਾਂ ਸਿਰਫ ਲੋਕੇਸ਼ਨ ਹੀ फाइंड आउट करने ने। हाले तक आप नहीं पढ़े, हाले तक आप नहीं पढ़ना उस तरीके जो पढ़ोगे लोकेशन जाके भी की लिखा हुआ है ओके दैट विल टेक लॉट ऑफ टाइम ओके। सो प्लीज वो चीज़ आप नहीं करनी। उस तो बाद आप फोर्थ अपना की है स्टेटमेंट ਨੂੰ स्टेटमेंट ਤੇ ਜਾਓ ਤੇ ਅੰਡਰਲਾइन ਮੇਨ ਕੀਵਰਡ। ਸਟੇਟਮੈਂਟ ਕੀ ਡਿਮਾਂਡ ਕਰ ਰਹੀ ਹੈ, ਕੁਐਸਚਨ ਸਟੇਟਮੈਂਟ ਦੇ ਵਿੱਚ ਕੀ ਦਿੱਤਾ ਹੋਇਆ ਹੈ ਕਿ ਕਿਹੜੇ ਰਾਈਟਰ ਨੇ ਕਿਹੜੀ ਚੀਜ਼ ਕਹੀ ਹੈ ਕਿ ਸੇਜ਼ ਦਿਸ ਐਂਡ ਦਿਸ। ਸੋ ਇਹ ਵਰਡਿਕਟ ਹੈ ਓਕੇ। ਸੋ ਇਹ ਨਤੀਜਾ ਨਿਕਲਿਆ, ਇਹ ਰਿਜ਼ਲਟ ਨਿਕਲਿਆ। ਸੋ ਸੁਜੈਸ਼ਨ ਕੀਤਾ ਹੋਇਆ ਓਕੇ ਜਾਂ ਰਿਸਰਚ ਕੀਤੀ ਹੋਈ ਹੈ ਜਾਂ ਕੁਝ ਵੀ ਫਾਈਂਡਿੰਗ ਹੈ। ਸੋ ਉਸ ਨੂੰ ਤੁਸੀਂ ਮਾਰਕ ਕਰੋ। ਮਾਰਕ ਤੋਂ ਬਾਅਦ ਕੀ ਕਰਨਾ ਹੈ ਆ ਤੁਹਾਡਾ ਫਿਫਥ ਸਟੈਪ ਕੀ ਹੈ ਰੀਡ ਦਾ ਪਾਰਟ ਆਫ ਦਾ ਪੈਸੇਜ ਦੈਟ ਕੰਟੇਨਸ ਕੀਵਰਡਸ। ਜਿੱਥੇ ਕੀਵਰਡਸ ਨੇ ਉੱਥੇ ਤੁਸੀਂ ਚਲੇ ਜਾਓ ਜਿਹਦੇ ਸਟੇਟਮੈਂਟ ਦਿੱਤੀ ਹੋਈ ਹੈ ਓਕੇ। ਉਸ ਤੋਂ ਬਾਅਦ ਤੁਸੀਂ ਜਦੋਂ ਤੁਸੀਂ ਆਹ ਚੀਜ਼ ਕਰ ਲਿਆ ਉਸ ਤੋਂ ਬਾਅਦ ਤੁਹਾਡਾ ਸਿਕਸਥ ਇਹ ਰਹਿ ਗਿਆ ਮੈਚ ਦਾ ਨੇਮਸ ਵਿਦ ਸੁਟੇਬਲ ਕੁਐਸਚਨ ਵਿਦ ਪ੍ਰੋਪਰ ਅੰਡਰਸਟੈਂਡਿੰਗ। ਸਮਝੇ। ਫਿਫਥ ਸਟੈਪ ਕੀ ਹੈ ਤੁਹਾਡਾ ਜੋ ਕੁਐਸਚਨ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਮੇਨ ਕੀਵਰਡ ਅੰਡਰਲਾइन ਕਰ ਲਓ ਅਕੋਰਡਿੰਗ ਟੂ ਯੂਰ ਅੰਡਰਸਟੈਂਡਿੰਗ ਆਫ ਯੂਰ ਸਿਨੋਨਿਮਸ। ਇਹ ਤੁਸੀਂ ਪਹਿਲਾਂ ਕਰ ਚੁੱਕੇ ਹੋ ਜੋ ਵੀ ਹਨਾ ਜਿਹੜੀ ਸਕੈਨਿੰਗ ਹੁੰਦੀ ਪ੍ਰੋਪਰ ਸਕੈਨਿੰਗ ਹੀ ਕਰਨੀ ਆਪਾਂ। ਸਕੈਨਿੰਗ ਕਰ ਲਈ, ਸਕੈਨਿੰਗ ਕਰਨ ਤੋਂ ਬਾਅਦ ਉਹਨੂੰ ਪ੍ਰੋਪਰ ਤੁਸੀਂ ਅੰਡਰਸਟੈਂਡ ਕਰਨਾ ਹੈ। ਫਿਰ ਤੁਸੀਂ 1 ਬਾय 1 ਕਰਕੇ ਆਨਸਰ ਕਿਵੇਂ ਫਾਈਂਡ ਆਊਟ ਕਰਨਾ ਹੈ ਉਹਦੇ ਲਈ ਆਪਾਂ ਐਗਜ਼ਾਮਪਲ ਕਰਾਂਗੇ ਆਪਾਂ ਓਕੇ। ਸੋ ਇਹ ਬਿਲਕੁਲ ਬੈਸਟ ਮੈਥਡ ਹੈ। ਸੋ ਇਹ ਜਿਹੜਾ 6 ਸਟੈਪ ਹੈ 6 ਸਟੈਪ ਕਿਸ ਤਰੀਕੇ ਨਾਲ ਕਰਾਂਗੇ ਹੁਣ ਇਹ 1 to 6 ਆਪਾਂ ਕਿਸ ਤਰੀਕੇ ਨਾਲ ਕਰਾਂਗੇ ਸਪੈਸ਼ਲੀ 6 ਇਹਦਾ ਤੁਸੀਂ ਕਰ ਲਓਗੇ ਕਿ 6 ਆਨਸਰ ਕਿਵੇਂ ਹੈ ਵੀ 6th ਸਟੈਪ ਕਿਵੇਂ ਹੈ ਆਪਾਂ ਕਿਵੇਂ ਆਨਸਰ ਫਾਈਂਡ ਆਊਟ ਕਰਾਂਗੇ। ਸੋ ਆਪਾਂ ਬੇਸਿਕਲੀ ਇਸੇ ਬਾਰੇ ਹੀ ਗੱਲ ਕਰਾਂਗੇ ਆਪਾਂ ਹੁਣ। ਚਲੋ ਮੂਵ ਔਨ ਟੂ ਦਾ ਐਗਜ਼ਾਮਪਲਸ ਪਲੀਜ਼। ਹਾਂਜੀ ਹੁਣ ਜਿਹੜੀ ਸਟ੍ਰੈਟਜੀ ਮੈਂ ਤੁਹਾਡੇ ਨਾਲ ਡਿਸਕਸ ਕਰਕੇ ਹਟਿਆ ਇਹੋ ਹੀ ਸਟੈਪਸ ਨੂੰ ਆਪਾਂ ਫੋਲੋ ਕਰਾਂਗੇ। ਸੋ ਹੁਣ ਇਹ ਪੈਸੇਜ ਹੈ। ਸੋ ਆਪਾਂ ਪਹਿਲਾ ਪੈਸੇਜ ਦੇਖ ਲਈਏ। ਪੈਸੇਜ ਇਜ਼ ਅਬਾਊਟ ਦ ਡੈਥ ਆਫ ਦ ਵਾਈਲਡ ਸੈਮਨ। ਸੈਮਨ ਇਜ਼ ਅ ਕਾइंड ऑफ फिश। सो मूविंग फॉरवर्ड टू आवर फर्स्ट स्टैप दैट इज रीड एंड अंडरस्टैंड द इंस्ट्रक्शंस केयरफुली। सो चंगी तरह आप इंस्ट्रक्शंस ਨੂੰ ਪਹਿਲਾਂ ਪੜ੍ਹਨਾ ਹੈ। इंस्ट्रक्शंस ਆਪਣੀਆਂ ਕਹਿ ਰਹੀਆਂ ਨੇ मैच द ओपिनियंस और स्टेटमेंट्स with the people who expressed or said them listed on the next page। write the appropriate initial of the person। हाँ जी इनिशियल ਦੀ ਗੱਲ ਹੋਈ ਹੈ ਜੇ ਕੋਈ ਵੀ ਨੇਮ ਹੋਏਗਾ ਰਾਈਟਰ ਦਾ ਜਾਂ ਸਾਇੰਟਿਸਟ ਦਾ ਜਾਂ ਕਿਸੇ ਦਾ ਵੀ ਨੇਮ ਹੋਏਗਾ ਸੋ ਉਸ ਦਾ ਆਪਾਂ ਪ੍ਰੋਪਰ ਪੂਰਾ ਨੇਮ ਨਹੀਂ ਲਿਖਾਂਗੇ, ਉਸ ਦੇ ਆਪਾਂ ਇਨੀਸ਼ੀਅਲਸ ਹੀ ਲਿਖਾਂਗੇ। ਇਹ ਚੀਜ਼ ਮੈਂ ਡਿਸਕਸ ਤੁਹਾਨੂੰ ਪਹਿਲਾਂ ਕਰ ਚੁੱਕੇ ਹਾਂ। ਸੋ अपना जो सेकंड स्टेप है फर्स्ट स्टेप अपना हो गया ओके। सेकंड स्टेप की है अपना हाईलाइट द नेम्स ऑफ पीपल इन गिवन लिस्ट। सो हेयर इज अवर गिवन लिस्ट। सो आप काउंट कर लो इन्होंने कितने ने 1 2 3 4 5 6 7। सो 7 राइटर्स ने
ਜਾਂ ਸਾਇੰਟਿਸਟ ਨੇ, ਉਹ ਚੀਜ਼ ਆਪਾਂ ਦੇਖਾਂਗੇ। ਸੋ 7 ਹੀ ਸਟੇਟਮੈਂਟਸ ਨੇ, 1 2 3 4 5 6 7 ਸਟੇਟਮੈਂਟਸ, 7 ਰਾਈਟਰਸ। ਸੋ ਹਰੇਕ ਨੇ ਇੱਕ ਚੀਜ਼ ਕਨਫਰਮ ਹੈ, ਹਰੇਕ ਰਾਈਟਰ ਨੇ ਜਾਂ ਸਾਇੰਟਿਸਟ ਨੇ ਇੱਕ ਸਟੇਟਮੈਂਟ ਤਾਂ ਇੱਥੇ ਦਿੱਤੀ ਹੀ ਦਿੱਤੀ ਹੈ, ਕਿਉਂਕਿ ਇੱਥੇ ਇਹਨਾਂ ਨੇ ਇੱਕ ਵੀ ਸਾਇੰਟਿਸਟ ਨੂੰ ਜਾਂ ਕੋਈ ਵੀ ਨੇਮ ਨੂੰ ਜਾਂ ਕੋਈ ਵੀ ਇਨੀਸ਼ੀਅਲ ਨੂੰ, ਪਰਸਨ ਦੇ ਇਨੀਸ਼ੀਅਲਸ ਨੂੰ ਰਿਪੀਟ ਕਰਨ ਦੀ ਗੱਲ ਇਹਨਾਂ ਨੇ ਇੱਥੇ ਨਹੀਂ ਕੀਤੀ। ਓਕੇ, ਸੋ ਇਹ ਚੀਜ਼ ਤਾਂ ਕਨਫਰਮ ਹੈ, ਜਿੱਥੇ ਇਹ ਨੇਮਸ ਹੋਣਗੇ ਉੱਥੇ ਉਹਨਾਂ ਨੇ ਜੋ ਵੀ ਸਟੇਟਮੈਂਟ ਦਿੱਤੀ ਹੋਊਗੀ ਉਹਨਾਂ 'ਚੋਂ ਸਟੇਟਮੈਂਟ ਇੱਕ ਇੱਥੇ 101% ਹੋਏਗੀ ਹੀ ਹੋਏਗੀ। ਸੋ ਸੈਕਿੰਡ ਸਟੈਪ ਆਪਣਾ ਕੀ ਹੈ, ਇਹਨਾਂ ਨੂੰ ਹਾਈਲਾਈਟ ਕਰਨਾ। ਆਪਾਂ ਇਹਨਾਂ ਨੂੰ ਹਾਈਲਾਈਟ ਕਰਾਂਗੇ ਅਤੇ ਨਾਲੇ ਆਪਾਂ ਇਹਨਾਂ ਨੂੰ ਮੈਮੋਰਾਈਜ਼ ਵੀ ਹੋ ਜਾਣਗੇ। ਇਹ ਜੈਰਮੀ ਰੀਡ, ਪੌਲ ਨਾਈਟ, ਐਂਗਸ ਕਿਲਰੀ, ਟਰਲਸ ਹਾਲ ਸਟੈਨਸਨ, ਕੈਵਿਨ ਡਨਨ, ਨਿਕ ਜਿਊਰੀ, ਲਾਰਸ ਸਟੈਨਸਨ। ਇਹ ਤੁਸੀਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਕਰਨਾ। ਇਹ ਤੁਸੀਂ 1 ਮਿੰਟ ਤਾਂ ਤੁਸੀਂ ਲੈਣਾ ਹੀ ਨਹੀਂ ਹੈਗਾ। ਤੁਹਾਨੂੰ ਸਮਝਾ ਰਿਹਾ ਤਾਂ ਟਾਈਮ ਜ਼ਿਆਦਾ ਲੱਗ ਰਿਹਾ, ਅਤੇ ਵੈਸੇ ਕਰਨ ਦੇ ਵਿੱਚ ਤੁਹਾਨੂੰ ਇਹਨੂੰ ਹਾਰਡਲੀ 40 to 50 ਸੈਕਿੰਡਸ ਹੀ ਲੱਗਦੇ ਨੇ ਇਸ ਚੀਜ਼ ਨੂੰ ਕਰਦੇ, ਸਾਰੇ ਸਟੈਪਸ ਨੂੰ ਕਰਦੇ ਹੋਏ। ਓਕੇ, ਸੋ ਸੈਕਿੰਡ ਸਟੈਪ ਆਪਣਾ ਹੋ ਗਿਆ। ਥਰਡ ਸਟੈਪ ਆਪਣਾ ਹੈਗਾ ਸਕੈਨ ਦਾ ਟੈਕਸਟ ਐਂਡ ਮਾਰਕ ਦਾ ਲੋਕੇਸ਼ਨ ਆਫ ਕੀਵਰਡਸ। ਜਿਹੜੇ ਆਪਣੇ ਇਹ ਆਪਾਂ ਕੀਵਰਡਸ ਲਏ ਨੇ, ਸੋ ਜਿਹੜੇ ਆਪਾਂ ਮਾਰਕ ਕੀਤੇ ਨੇ, ਸੋ ਇਸ ਨੂੰ ਆਪਾਂ ਦੇਖਾਂਗੇ ਪੈਸੇਜ ਦੇ ਵਿੱਚ। ਸੋ ਇਹ ਨੇਮਸ ਕਿੱਥੇ ਨੇ। ਓਕੇ ਜੀ, ਸੋ ਆਪਾਂ ਇੱਥੇ ਕੀ ਕਰਾਂਗੇ, ਆਪਾਂ ਸਕੈਨ ਕਰਾਂਗੇ। ਸਕੈਨ ਲਿਖਿਆ ਹੋਇਆ ਜੀ, ਦੇਖੋ, ਸਕੈਨ ਦਾ ਟੈਕਸਟ। ਓਕੇ, ਸੋ ਸਿਰਫ ਸਿੰਪਲ ਸਕੈਨ ਕਰਾਂਗੇ ਆਪਾਂ, ਸਿਰਫ ਵੀ ਜਸਟ ਲੁੱਕ, no need of reading right now। अपना चार्ल्स हाल स्टैनसन आ गए। हाँ जी, जर्मी रीड भी पढ़े सी ਆਪਾਂ। हल्का हल्का ਆਪਾਂ मैं वैसे ही पढ़ रहे, वैसे पढ़ना तो पढ़ सकते हो थोड़ा बहुता। वैसे माइंड ਦੇ ਵਿੱਚ ਕੋਈ ਵਰਡਸ ਆਪਾਂ ਨੂੰ ਮੈਮੋਰਾਈਜ਼ ਹੋ ਜਾਂਦੇ ਨੇ, ਤਾਂ ਸੋ ਮੇ ਬੀ ਸਟੇਟਮੈਂਟ ਦੇ ਵਿੱਚ ਉਹ ਹੋਣ, ਤਾਂ ਆਪਾਂ ਨੂੰ ਮੈਮੋਰਾਈਜ਼ ਹੋ ਜਾਂਦਾ ਕਿ ਉਹ ਵਰਡ ਮੈਂ ਉੱਥੇ ਦੇਖਿਆ। ਓਕੇ, ਸੋ ਨੇਮਸ ਨੇ ਬਹੁਤ ਈਜ਼ੀਲੀ ਆਪਾਂ ਨੂੰ ਮਿਲ ਜਾਂਦੇ ਨੇ, ਤੁਸੀਂ ਟਰਾਈ ਕਰਕੇ ਦੇਖਿਓ। ਨਿਕ ਜਿਊਰੀ ਵੀ ਇੱਕ ਨੇਮ ਸੀਗਾ। ਓਕੇ, ਇੱਕ ਆ ਵੀ ਸੀਗਾ ਆਪਣਾ ਐਂਗਸ ਕਿਲਰੀ, ਪੌਲ ਨਾਈਟ। ਸੋ ਇਹ ਚੀਜ਼ ਹੋ ਗਈ ਆਪਣੀ। ਸੋ 1 2 3 तीन चीज़ां अपनी हो गई। सो चौथी चीज़ की अपनी रीड द स्टेटमेंट एंड अंडरलाइन द मेन कीवर्ड्स। हुण आपां की करना, हुण आपां स्टेटमेंट्स पढ़नियां ने, सारियां स्टेटमेंट्स पढ़ लो। सेज फार्मिंग कैन नॉट बी ब्लेम नहीं किया जाता। ओके, नॉट नैगेटिव चीज़ है, नॉट बी ब्लेम्ड फॉर द सैमन स्टॉक कोलैप्स मतलब खत्म हो जाना, किसी चीज़ का बंद हो जाना। ओके, क्लोज हो जाना, टह जाना। ओके, सो 16 की है क्लेम्स द डिमांड फॉर। सो इतने डिमांड की गल हुई है, फीड करना। सैमन फार्म्स इज डिस्ट्रॉइंग, अगेन नैगेटिव थिंग। नेचुरल फूड फॉर अदर टाइप्स ऑफ फिश, टाइप्स काइंड्स हो सकता। सो फिश की गल की है। सो अगे आ गया सेज दैट एफर्ट्स मस्ट बी मेनटेन टू प्रोटेक्ट द सैमन। सो सैमन अपना गुड कीवर्ड नहीं हो सकता, क्योंकि सारे पैसेज इज ऑल अबाउट सैमन। सो सैमन अपना प्लीज़ गुड कीवर्ड नहीं हो सकता। ट्राई टू मार्क योर मेन एंड स्ट्रॉन्ग कीवर्ड दैट यू कैन फाइंड वेरी ईजली। ओके, सो इतने एफर्ट्स की गल की इन्होंने, मेनटेन, कंटिन्यू। ओके, सो प्रोटैक्ट, सैमन प्रोटैक्ट कर दी गल की है। उस तो बाद आ गया गिव्स एन एग्जाम्पल फ्रॉम हिज लोकल एरिया। सो इतने इन्हें एग्जाम्पल की गल की है, किसी राइटर ने एग्जाम्पल दी है, सो वो लोकल एरिया के विचों। ओके, सो उस तो बाद आ गया स्टेट्स दैट मैजर्स। सो इतने मैजर्स ने जिहड़े कि उन्होंने चक्के ने टू स्टॉप ओवरफिशिंग की गल की है, आर नॉट एडिकुएट मतलब जिहड़े कि उन्होंने मैजर्स लए ने, वो मैजर्स की ने सही नहीं हैगे। से सालमन कुड सून भी जेनेटिकली। सो ये वर्ड स्ट्रॉन्ग कीवर्ड अपना मिल सकता, बहुत ईजीली मिलेगा। ये अपना बैड कीवर्ड है जी। जेनेटिकली इनकेपेबल ऑफ कंटिन्यूइंग टू एग्जिस्ट। ओके, जेनेटिकली की ने क्षमता नहीं हैगी, इनकेपेबल ने, नॉट एबल। ओके, नॉट एबल दैट मीनस इनकेपेबल। 21 आ गया थ्रेटन्स, डराउना धमकाउना। लीगल एक्शनस अगेंस्ट फार्म्स दैट मिसयूज कैमिकल्स। सो ये अपना कर लिया। सो अपना 4th स्टैप अपना हो गया। जो प्रैक्टिस करी जाओगे उदों तुहानूं हार्डली 1 to 1.5 मिनट ही लगेगा सारे नूं करन दे विच। ओके,
ਉਸ ਤੋਂ ਬਾਅਦ ਕੀ ਹੈ, ਰੀਡ ਦਾ ਪਾਰਟ ਆਫ ਦਾ ਪੈਸੇਜ ਦੈਟ ਕੰਟੇਨਸ ਕੀਵਰਡਸ। ਹੁਣ ਆਪਾਂ ਪੈਸੇਜ ਦੇ ਵਿੱਚ ਕੀ ਕਰਨਾ, ਕਈ ਸਟੂਡੈਂਟਸ ਨੂੰ ਇਹ ਮਿਸਟੇਕ ਹੋ ਜਾਂਦੀ ਹੈ, ਇਹ ਕਨਫਿਊਜ਼ਨ ਹੋ ਜਾਂਦੀ ਹੈ ਕਿ ਪਹਿਲਾਂ ਉਹ ਇੱਧਰ ਜਾਂਦੇ ਨੇ ਵੀ ਪਹਿਲਾਂ ਆਪਾਂ ਇਹ ਦੇਖੀਏ ਇਹ ਕਿਤੇ, ਫਿਰ ਇਹ ਇਕੱਲੇ ਰਾਈਟਰ ਦੇ ਨਾਲ ਮਿਲਾਉਂਦੇ ਨੇ, ਬਟ ਨਹੀਂ, ਆਪਾਂ ਉਸ ਚੀਜ਼ ਨਹੀਂ ਕਰਨੀ। ਇਹ ਜਿਹੜੇ ਰਾਈਟਰ ਨੇ, ਆਪਾਂ ਰਾਈਟਰ ਨੂੰ ਇਹਦੀ ਲੋਕੇਸ਼ਨ ਫਾਈਂਡ ਆਊਟ ਇਸ ਲਈ ਕਰੀਏ ਨੇ ਜਿੱਥੇ ਰਾਈਟਰਸ ਨੇ 7 ਦੇ 7 ਰਾਈਟਰਸ ਨੇ, ਓਕੇ, ਇੱਕ ਵਾਰੀ ਆਏ ਹੋਏ ਨੇ। ਸੋ 7 ਲੋਕੇਸ਼ਨਸ ਆਪਣੇ ਕੋਲ ਪਤਾ ਨੇ। ਸੋ 7 ਲੋਕੇਸ਼ਨ ਦੇ ਨਾਲ ਜਿਹੜੀ ਵੀ ਸਟੇਟਮੈਂਟ ਹੈ, ਹਰੇਕ ਰਾਈਟਰ ਦੇ ਅੱਗੇ ਇੱਕ ਸਟੇਟਮੈਂਟ ਹੀ ਹੋਏਗੀ, ਇੱਕ ਤੋਂ ਜ਼ਿਆਦਾ ਨਹੀਂ ਹੋਣਗੇ, ਕਿਉਂਕਿ ਇੱਥੇ ਉਹਨਾਂ ਨੇ ਆਪਾਂ ਨੂੰ ਇਹ ਚੀਜ਼ ਨਹੀਂ ਦਿੱਤੀ ਕਿ ਤੁਸੀਂ ਯੂ ਮੇ ਚੂਜ਼ ਮੋਰ ਦੈਨ ਵਨਸ, ਓਕੇ। ਸੋ ਹਰੇਕ ਦੀ ਸਟੇਟਮੈਂਟ ਇੱਕ ਇੱਥੇ ਆਲਰੇਡੀ ਹੋਏਗੀ, ਸੋ ਉਹੀ ਤੁਸੀਂ ਇੱਥੇ ਲਿਖਣੀ ਹੈ। ਸੋ ਇਹ ਥੋੜਾ ਈਜ਼ੀ ਹੋ ਗਿਆ ਕਾਫੀ ਜ਼ਿਆਦਾ ਕੰਮ, ਕਿ ਤੁਸੀਂ ਇਹ ਚੀਜ਼ ਆਪਦੀ ਸਮਝ ਤੋਂ ਕੰਮ ਲੈਣਾ, ਓਕੇ। ਸੋ ਇੱਥੇ ਆਪਾਂ ਆ ਗਏ ਹੁਣ ਟਰਲਸ ਹਾਲਸਟੈਂਸਨ ਨੇ। ਸੋ ਇਹਨੇ ਕੀ ਆਪਾਂ ਦੇਖਦੇ ਹਾਂ, ਇੱਕ ਲਾਈਨ ਪਹਿਲਾਂ ਤੁਸੀਂ ਪੜ੍ਹ ਸਕਦੇ ਹੋ, ਇੱਕ ਲਾਈਨ ਬਾਅਦ ਚੋਂ, ਕਿਉਂਕਿ ਇੱਥੇ ਇਹਨਾਂ ਨੇ ਇੱਥੋਂ ਸ਼ੁਰੂ ਕਰਿਆ, ਸੋ ਆਪਾਂ ਇੱਥੋਂ ਹੀ ਪੜ੍ਹਦੇ ਹਾਂ। ਰੀਸੈਂਟਲੀ ਟਰਲਸ ਹਾਲਸਟੈਂਸਨ ਇਹ ਨਾਰਵੀਜਨ, ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇੰਡੀਅਨ ਕਹਿੰਦੇ ਨੇ, ਨਾਰਵੇ ਦੇ ਵਿੱਚ ਉਹਨਾਂ ਨੂੰ ਆਪਾਂ ਨਾਰਵੀਜਨ ਕਹਾਂਗੇ। ਅ ਨਾਰਵੀਜਨ ਫਿਸ਼ਿੰਗ ਰਾਈਟਰ ਹੈ, ਰੋਡ ਦੈਟ ਹਿਜ਼ ਲੋਕਲ ਰੀਵਰ, ਲੋਕਲ ਦੀ ਗੱਲ ਹੋਈ ਹੈ ਜੀ, ਦੇਖੋ ਇਹ ਸਟਰੋਂਗ ਕੀਵਰਡ ਸੀਗਾ, ਮੈਮੋਰਾਈਜ਼ ਹੋ ਗਿਆ। ਲੋਕਲ ਰੀਵਰ that river where he used to be able to catch 5 or more fish of over 20 pounds ਦੀਆਂ 20 pounds ਦਾ ਜਿਹੜਾ weight ਸੀਗਾ, ਸੋ 5 ਜਾਂ 5 ਤੋਂ ਵੱਧ ਉਹ ਫਿਸ਼ ਫੜਦਾ ਹੁੰਦਾ ਸੀਗਾ। used to ਪਾਸਟ ਦੇ ਵਿੱਚ ਫੜਦਾ ਹੁੰਦਾ ਸੀਗਾ, ਕੋਈ ਵੀ ਹੈਬਿਟ ਹੈ। used to ਇਨ ਪ੍ਰੈਜ਼ੈਂਟ ਦੇ ਵਿੱਚ ਆਪਾਂ ਕਰਦੇ ਹੁੰਦੇ ਹਾਂ, ਓਕੇ। ਡੇਲੀ ਰਿਪੀਟ ਦੇ ਵਿੱਚ ਕੋਈ ਹੈਬਿਟ ਆਪਾਂ ਨੂੰ ਕਿਸੇ ਚੀਜ਼ ਦੀ, ਇਨ ਮਾਰਨਿੰਗ ਦੇ ਵਿੱਚ ਉਹ ਫੜਦਾ ਹੁੰਦਾ ਸੀਗਾ। ਇਜ਼ ਨਾਓ ਆਲਮੋਸਟ ਟੋਟਲੀ ਫਿਸ਼ਲੈਸ, ਬਟ ਹੁਣ ਉਹ ਜਿਹੜੀ ਰੀਵਰ ਹੈ, ਦਰੀਵਾ ਜਿਹਦਾ ਨਾਮ ਹੈ, ਸੋ ਉਹ ਰੀਵਰ ਕੀ ਆ, ਫਿਸ਼ਲੈਸ ਹੋ ਚੁੱਕੀ ਆ। ਸੋ ਇੱਥੇ ਲੋਕਲ ਆਪਾਂ ਪੜ੍ਹੇ, ਆਪਾਂ ਜਲਦੀ ਇਹਦੇ ਵਿੱਚ ਜਾਵਾਂਗੇ ਆਪਾਂ, ਓਕੇ। ਸੋ ਜਿਹੜਾ ਕਿ ਆਪਣਾ 5th ਸਟੈਪ ਹੈ, ਮੈਚ ਦਾ ਨੇਮਸ ਵਿਦ ਸੁਟੇਬਲ ਕੁਐਸਚਨਸ। ਹੁਣ ਆਪਾਂ ਨੂੰ ਚੀਜ਼ ਮਿਲ ਗਈ, ਹੁਣ ਆਪਾਂ ਮੈਚਿੰਗ ਕਰਨਾ, ਓਕੇ। ਸੋ ਹੁਣ ਇਹਦਾ ਸਟੈਪਸ ਆਪਣੇ 5 ਸਟੈਪ ਫੋਲੋ ਹੋ ਗਏ। ਹੁਣ ਜਿਹੜਾ ਆਪਣਾ 6th ਸਟੈਪ ਆ ਉਹ ਕੀ ਹੈ, ਟੂ ਐਨਾਲਾਈਜ਼ ਆਵਰ ਆਨਸਰ। ਸੋ ਉਹ ਆਪਾਂ ਕਿੱਥੋਂ ਲੱਭਾਂਗੇ, ਹੁਣ ਇੱਥੇ 1 by 1 ਆਪਾਂ ਦੇਖਾਂਗੇ। ਫਾਰਮਿੰਗ ਕੈਨ ਨਾਟ ਵੀ, ਨਹੀਂ ਇਹਨਾਂ ਨੇ ਬਲੇਮ ਦੀ ਕੋਈ ਗੱਲ ਨਹੀਂ ਕੀਤੀ। ਡਿਮਾਂਡ ਫੀਡ ਡਿਸਟਰੋਇੰਗ ਦ ਨੈਚੁਰਲ ਅਦਰ, ਨਹੀਂ ਇਹ ਵੀ ਨਹੀਂ ਕੋਈ ਗੱਲ ਕੀਤੀ ਇਹਨਾਂ ਨੇ। ਐਫਰਟਸ ਮਸਟ ਬੀ ਮੇਨਟੇਨ ਟੂ ਪ੍ਰੋਟੈਕਟ, ਨਹੀਂ ਇਹਦੀ ਵੀ ਨਹੀਂ ਕੋਈ ਗੱਲ ਕੀਤੀ। ਗਿਵਸ ਐਨ ਐਗਜ਼ਾਮਪਲ ਦਿੱਤੀ ਉਹਨਾਂ ਨੇ, ਓਕੇ, ਫਰੋਮ ਇਸ ਲੋਕਲ ਏਰੀਆ। ਇੱਥੇ ਨੇ ਲੋਕਲ ਰੀਵਰ, ਲੋਕਲ ਦੀ ਐਗਜ਼ਾਮਪਲ ਦੇਤੀ, ਓਕੇ। ਸੋ ਕਿਹੜਾ ਰਾਈਟਰ ਹੈ, ਟਰਲਸ ਹਾਲਸਟੈਂਸਨ। ਸੋ ਇਹ ਆਨਸਰ ਇੱਥੇ ਪਿਆ ਆਪਣਾ। ਸੋ ਇਹਨੂੰ ਆਪਾਂ ਪੂਰਾ ਐਜ਼ ਇਟ ਇਜ਼ ਨਹੀਂ ਲਿਖਣਾ, ਇਹਨੂੰ ਆਪਾਂ TH ਲਿਖਾਂਗੇ, ਕਿਉਂਕਿ ਉਹਨਾਂ ਨੇ ਆਪਾਂ ਨੂੰ ਇਨੀਸ਼ੀਅਲਸ ਕਿਹਾ ਆਪਾਂ ਨੂੰ। ਸੋ ਇਹ ਚੀਜ਼ ਪਲੀਜ਼ ਧਿਆਨ 'ਚ ਰੱਖਿਓ, ਓਕੇ। TH ਆ ਗਿਆ। ਸੋ ਆਪਾਂ ਹੁਣ ਅੱਗੇ ਆਪਾਂ ਦੂਜੇ, ਤੁਸੀਂ ਇਹਨੂੰ ਕੈਂਸਲ ਵੀ ਕਰ ਸਕਦੇ ਹੋ, ਤੁਸੀਂ ਇਹ ਪੜ੍ਹ ਚੁੱਕੇ, ਇਹ ਤੁਹਾਡਾ ਤਰੀਕਾ, ਤੁਸੀਂ ਜਿਸ ਤਰੀਕੇ ਨਾਲ ਵੀ ਕਰ ਸਕਦੇ ਹੋ ਇਸ ਨੂੰ। ਉਸ ਤੋਂ ਬਾਅਦ ਆਪਣਾ ਰਾਈਟਰ ਆ ਗਿਆ ਜੈਰਮੀ ਰੀਡ ਆ ਗਿਆ, ਓਕੇ। ਆਪਾਂ ਇੱਥੋਂ ਪੜ੍ਹ ਲਓ। ਦ ਫਾਰਮਡ ਸੈਮਨ ਆਰ ਦੇਅਰ ਫੋਰ ਜੈਨੇਟਿਕਲੀ ਚੇਂਜਿੰਗ, ਆ ਦੇਖੋ ਜੈਨੇਟਿਕਲ ਦੀ ਗੱਲ ਆ ਗਈ। ਚੇਂਜਿੰਗ ਦ ਵਾਈਲਡ ਸੈਮਨ ਸਟਾਕਸ, ਜੈਰਮੀ ਸਟਾਕਸ ਹੁੰਦਾ ਭੰਡਾਰ, ਓਕੇ। ਡਾਇਰੈਕਟਰ ਆਫ ਐਟਲਾਂਟਿਕ, ਕੌਮਾ ਤੋਂ ਬਾਅਦ, ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀ, ਕੌਮਾ ਤੋਂ ਬਾਅਦ ਇਸ ਚੀਜ਼ ਨੂੰ ਡਿਸਕ੍ਰਾਈਬ ਕੀਤਾ ਹੋਇਆ ਕਿ ਇਹ ਕੌਣ ਹੈ, ਜਿਵੇਂ ਇਸ ਦੇ ਵਿੱਚ ਕੀਤਾ ਸੀਗਾ। ਹਾਲਸਟੈਂਸਨ ਕੌਣ ਹੈ, ਇਹ ਨਾਰਵੀਜਨ ਫਿਸ਼ਿੰਗ ਰਾਈਟਰ ਹੈ। ਸੋ ਇੱਥੇ ਕੀ ਹੈ, ਡਾਇਰੈਕਟਰ ਆਫ ਦ ਐਟਲਾਂਟਿਕ ਸਾਮਨ ਟਰਸਟ ਪੁਆਇੰਟਸ ਆਊਟ ਦੈਟ, ਉਸਨੇ ਕਿਹੜੀ ਚੀਜ਼ ਪੁਆਇੰਟ ਕੀਤੀ, ਦ ਮੇਜਰ ਪ੍ਰੋਬਲਮ ਆਫ ਇੰਟਰਬਰੀਡਿੰਗ ਇਜ਼ ਦੈਟ ਇਟ ਰਿਡਿਊਸਿਸ, ਇੰਟਰਬਰੀਡਿੰਗ ਹੁੰਦੀ ਹੈ ਕਿ ਦੋ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਵਰਾਇਟੀਜ਼ ਨੇ, ਐਨੀਮਲਸ ਦੀਆਂ ਹੋਣ ਜਾਂ ਭਾਵੇਂ ਪਲਾਂਟਸ ਦੀਆਂ ਹੋਣ, ਉਹਨਾਂ ਨੂੰ ਮਿਕਸ ਕਰਕੇ ਟੂ ਮੇਕ ਹਾਈਬ੍ਰਿਡ, ਓਕੇ, ਉਹਨਾਂ ਨੂੰ ਹਾਈਬ੍ਰਿਡ ਬਣਾਉਣ ਨੂੰ ਇੰਟਰਬਰੀਡਿੰਗ ਕਹਿੰਦੇ ਨੇ। ਇਜ਼ ਦੈਟ ਇਟ ਰਿਡਿਊਸਿਸ ਅ ਪੋਪੂਲੇਸ਼ਨਸ ਫਿਟਨੈਸ, ਸੋ ਪੋਪੂਲੇਸ਼ਨ ਦੀ ਕੀ ਹੈ, ਫਿਟਨੈਸ ਦੇ ਪ੍ਰਭਾਵ ਪੈ ਰਿਹਾ, ਐਂਡ ਐਬਿਲਿਟੀ ਟੂ ਸਰਵਾਈਵ। ਸੋ ਸਰਵਾਈਵ ਦੀ ਗੱਲ ਹੋਈ ਹੈ, ਆਪਾਂ ਜੈਨੇਟਿਕਲੀ ਦੇ ਚੱਲਦੇ ਹਾਂ। ਆਪਾਂ ਪਹਿਲਾਂ ਜੈਨੇਟਿਕਲੀ ਆਪਣਾ ਸਟਰੋਂਗ ਕੀਵਰਡ ਹੈ, ਜੈਨੇਟਿਕਲੀ ਆਪਾਂ ਨੂੰ ਮਿਲ ਗਿਆ, ਓਕੇ। ਇਨਕੇਪੇਬਲ ਆ ਗਿਆ ਸੀਗਾ, ਸੋ ਆਪਾਂ ਏਬਲ ਦੀ ਗੱਲ ਆ ਗਈ। ਇਹਨਾਂ ਨੇ ਕਿਹਾ ਦੈਟ ਇਟ ਰਿਡਿਊਸਿਸ, ਮਤਲਬ ਐਬਿਲਿਟੀ ਨੂੰ ਘਟਾ ਰਿਹਾ ਹੈ, ਇਨਕੇਪੇਬਲ ਐਬਿਲਿਟੀ ਨੂੰ ਘਟਾ ਰਿਹਾ ਹੈ, ਵਨ ਐਂਡ ਦ ਸੇਮ ਥਿੰਗ। ਟੂ ਸਰਵਾਈਵ ਦੀ ਗੱਲ ਹੋਈ ਹੈ, ਸਰਵਾਈਵ ਐਂਡ ਐਗਜ਼ਿਸਟ ਸੇਮ ਚੀਜ਼ ਹੈ। ਸੋ ਇਹ ਚੀਜ਼ ਆਪਾਂ ਨੂੰ ਮਿਲ ਗਿਆ, ਐਜ਼ ਇਟ ਇਜ਼ ਮਿਲ ਗਿਆ, ਤੇ ਮੀਨਿੰਗ ਵੀ ਆਪਾਂ ਨੂੰ ਸੇਮ ਮਿਲ ਗਿਆ। ਇੱਥੇ ਇਹਨਾਂ ਨੇ ਕਿਹਾ ਕੁਡ ਸੂਨ ਵੀ ਜੈਨੇਟਿਕਲੀ ਇਨਕੇਪੇਬਲ ਆਫ ਕੰਟੀਨਿਊਇੰਗ ਟੂ ਐਗਜ਼ਿਸਟ, ਮਤਲਬ ਸਰਵਾਈਵ ਕਰਨ ਦੇ ਵਿੱਚ ਕਾਫੀ ਜ਼ਿਆਦਾ ਇਨਕੇਪੇਬਲ ਹੈ, क्षमता ਨਹੀਂ ਹੈਗੀ। ਸੋ ਇੱਥੇ ਵੀ ਉਹਨਾਂ ਨੇ ਉਹੀ ਚੀਜ਼
ਡਿਸਕ੍ਰਾਈਬ ਕੀਤੀ ਹੈ। ਪੋਪੂਲੇਸ਼ਨ ਦੀ ਫਿਟਨੈਸ ਦੇ ਪ੍ਰਭਾਵ ਪੈ ਰਿਹਾ ਐਂਡ ਐਬਿਲਿਟੀ ਟੂ ਸਰਵਾਈਵ ਮਤਲਬ ਕੰਟੀਨਿਊ ਟੂ ਲਿਵ ਔਰ ਕੰਟੀਨਿਊਇੰਗ ਟੂ ਐਗਜ਼ਿਸਟ ਐਂਡ ਦ ਸੇਮ ਥਿੰਗ। ਓਕੇ, ਸੋ ਇੱਥੇ ਆ ਗਿਆ ਆਪਣਾ ਜੈਰਮੀ ਰੀਡ। ਅਗੇਨ ਵਿਲ ਨਾਟ ਰਾਈਟ ਜੈਰਮੀ ਰੀਡ, ਵਿਲ ਰਾਈਟ ਓਨਲੀ JR, ਦੈਟ ਇਜ਼ ਆਵਰ ਇਨੀਸ਼ੀਅਲ। ਇਹ ਇੰਸਟਰਕਸ਼ਨਸ ਨੇ 2-3 ਵਾਰ ਪੜ੍ਹਨ ਦਾ ਇਹੀ ਫਾਇਦਾ ਕਿ ਆਪਾਂ ਕਨਫਿਊਜ਼ ਨਹੀਂ ਹੁੰਦੇ। ਓਕੇ, ਸੋ ਆਪਾਂ ਹੁਣ ਜਿਹੜਾ ਆਪਣਾ ਇਹ ਰਾਈਟਰ ਵੀ ਹੋ ਗਿਆ, ਸੋ ਆਪਾਂ ਇਸ ਨੂੰ ਕੈਂਸਲ ਕਰ ਦਿਓ। ਜਿਵੇਂ ਜਿਵੇਂ ਪ੍ਰੈਕਟਿਸ ਕਰੀ ਚੱਲੋਗੇ ਉਸੇ ਤਰੀਕੇ ਨਾਲ ਤੁਹਾਡੀ ਜਿਹੜੀ ਕਿ ਸਪੀਡ ਹੈ ਕਾਫੀ ਜ਼ਿਆਦਾ ਫਾਸਟ ਹੋ ਜਾਏਗੀ। ਉਸ ਤੋਂ ਬਾਅਦ ਆਪਣਾ ਕੀ ਆ ਗਿਆ ਡਿਫਿਕਲਟ ਲਾਸਟ ਟੈਂਸ਼ਨ ਇੱਕ ਆਪਾਂ ਇੱਥੇ ਰਾਈਟਰ ਦੇਖਿਆ ਸੀ ਆਪਾਂ। ਓਕੇ, ਲਾਸਟ ਟੈਂਸ਼ਨ ਆਫ ਦ ਨਾਰਵੀਜਨ ਫਿਸ਼ਰਮੈਨਸ ਐਸੋਸੀਏਸ਼ਨ ਕੰਪਲੇਨਸ ਦੈਟ ਇਸਨੇ ਕੰਪਲੇਨ ਕੀਤੀ ਹੈ ਦੈਟ ਦ ਹਿਊਜ ਕੁਆਂਟੀਟੀਜ਼ ਆਫ ਸਮਾਲ ਫਿਸ਼ ਕਾਊਟ ਬਾਈ ਇੰਡਸਟਰੀਅਲ ਟਰੋਲਰਸ। ਜਿਹੜੇ ਟਰੋਲਰਸ ਨੇ ਉਹਨਾਂ ਦੁਆਰਾ ਜਿਹੜੀ ਸਮਾਲ ਫਿਸ਼ ਫੜੀਆਂ ਜਾਂਦੀਆਂ ਨੇ ਹੈਲਪਿੰਗ ਟੂ ਸਟਿਫ, ਮਤਲਬ ਮੱਛੀਆਂ ਜਿਹੜੀਆਂ ਕਿਹੜੀਆਂ ਨੇ ਉਹ ਸਮਾਲ ਫਿਸ਼ ਨੇ ਜਾਂ ਹੋਰ ਅਦਰ ਸਪੀਸ਼ੀਜ਼ ਨੇ, ਹੋਰ ਜਾਤੀਆਂ ਦੇ ਨੇ, ਜਿਹਦੇ ਵਿੱਚ ਕਿ ਵਾਈਲਡ ਸੈਮਨ ਵੀ ਆਉਂਦੀ ਹੈ ਜਿਹੜੀ ਕਿ ਫੀਡ ਫਿਸ਼ ਦੇ ਡਿਪੈਂਡ ਕਰਦੀ ਹੈ। ਓਕੇ, ਸੋ ਇਹ ਆਪਾਂ ਥੋੜ੍ਹਾ ਜਿਹਾ ਆਪਾਂ ਇੱਥੋਂ ਵੀ ਪੜ੍ਹਾਂਗੇ ਕਿਉਂਕਿ ਥੋੜ੍ਹਾ ਜਿਹਾ ਆਪਾਂ ਨੂੰ ਕਲੀਅਰ ਨਹੀਂ ਹੋਈ ਇਸ ਚੀਜ਼ ਨੂੰ। ਓਕੇ, ਅਨਦਰ ਡਿਫੀਕਲਟੀ ਐਂਡ ਵਨ ਆਫ ਦਾ ਮੋਸਟ ਵਰਿੰਗ ਸਾਈਡ ਇਫੈਕਟਸ ਆਫ ਦੀ ਸੈਮਨ ਫਾਰਮ ਇੰਡਸਟਰੀ ਇਜ਼ ਦੈਟ, ਸੋ ਸਭ ਤੋਂ ਭਿਆਨਕ ਜਿਹੜੀ ਫਾਰਮ ਇੰਡਸਟਰੀ ਦਾ ਕੀ ਪ੍ਰਭਾਵ ਹੈ, ਕਿਹੜੀ ਚੀਜ਼ ਹੈ ਉਹਨਾਂ ਦੀ, ਜਿਹੜੇ ਕਿ ਸੈਮਨ ਫਾਰਮਰਸ ਨੇ ਉਹ ਕੰਮ ਨਹੀਂ ਕਰਦੇ ਵਿਦਾਊਟ ਵਾਸਟ ਕੁਆਂਟੀਟੀ, ਜਿਹੜੇ ਟਾਈਨੀ ਜਿਹੜੇ ਸੀ ਕ੍ਰੀਚਰਸ ਨੇ ਸਮੁੰਦਰ ਦੇ, ਉਹਨਾਂ ਨੂੰ ਟਰਨ ਇਨਟੂ ਫੂਡ ਪੈਲਟਸ। ਪੈਲਟਸ ਕੀ ਹੁੰਦੇ ਨੇ, ਭੋਜਨ ਦੇ ਛੋਟੀਆਂ ਜਿਹੜੀਆਂ ਗੋਲੀਆਂ ਹੁੰਦੀਆਂ ਨੇ ਉਹਨਾਂ ਨੂੰ ਟਰਨ ਕਰਨ ਦੇ ਵਿੱਚ ਮਤਲਬ ਉਹ ਕਰਦੇ ਹੀ ਕਰਦੇ, ਉਸ ਤੋਂ ਬਿਨਾਂ ਉਹ ਕੰਮ ਨਹੀਂ ਕਰਦੇ। ਮਤਲਬ ਕੀ ਹੈ, ਅਤੇ ਜਿਹੜੀ ਸੀ ਕ੍ਰੀਚਰਸ ਨੇ ਉਹਨਾਂ ਦੀ ਜਿਹੜੀ ਲਾਈਫ ਹੈ ਡੇਂਜਰ ਦੇ ਵਿੱਚ ਜਾਂਦੀ ਹੈ। ਮਤਲਬ ਇਨ ਆਰਡਰ ਟੂ ਫੀਡ ਦੇਅਰ ਸਟਾਕ, ਆਪਦੇ ਭੰਡਾਰ ਨੂੰ ਖਵਾਉਂਦੇ ਨੇ ਉਹ ਜਿਹੜੇ ਪੈਲਟਸ ਨੇ। ਓਕੇ, ਉਸ ਤੋਂ ਬਾਅਦ ਉਹਨਾਂ ਨੇ ਗੱਲ ਕਰੀ ਇਹ ਜਿਹੜੇ ਟਾਈਨੀ ਸੀ ਕ੍ਰੀਚਰਸ ਆ ਗਿਆ, ਉੱਥੇ ਇਹਨਾਂ ਨੇ ਗੱਲ ਕਰੀ ਸਮੌਲ ਦੀ। ਓਕੇ, ਹਿਊਜ ਕੁਆਂਟੀਟੀਜ਼ ਆਫ ਜਿਹੜੇ ਸਮੌਲ ਫਿਸ਼ ਨੇ ਜਿਹੜੇ ਇੰਡਸਟਰੀ ਟਰੋਲਰਸ ਫੜਦੇ ਨੇ, ਗਰਾਊਂਡਸ ਆਫ ਦਾ ਸਮੌਲ ਫਿਸ਼ ਐਂਡ ਆਫ ਅਦਰ ਸਪੀਸ਼ੀਜ਼ ਇਨਕਲੂਡਿੰਗ ਜਿਹਦੇ ਵਿੱਚ ਕਿ ਵਾਈਲਡ ਸੈਮਨ ਵੀ ਹੈ ਦੈਟ ਡਿਪੈਂਡ ਔਨ ਦਾ ਫੀਡ ਫਿਸ਼। ਓਕੇ, ਸੋ ਇੱਥੇ ਕਲੇਮ ਦਾ ਡਿਮਾਂਡ ਦੀ ਗੱਲ ਕਰੀਏ, ਜਿਹੜੇ ਫੀਡ ਸਾਮਨ, ਜਿਹੜੇ ਇਹ ਸਾਮਨ ਫਾਰਮ ਸੀਗੇ ਇਹ ਇਹਨਾਂ ਨੂੰ ਫੀਡ ਕਰਦੇ ਨੇ ਟੂ ਫੀਡ ਦੇਅਰ ਸਟਾਕ। ਓਕੇ, ਕਿਹੜੀ ਚੀਜ਼ਾਂ ਨੂੰ, ਟਾਈਨੀ ਸੀ ਕ੍ਰੀਏਚਰਸ ਨੂੰ। ਸੋ ਦੈਟ ਇਜ਼ ਅ ਰੀਜ਼ਨ ਦੈਟ ਦੇ ਆਰ ਡਿਸਟਰੋਇੰਗ ਦ ਨੈਚੁਰਲ ਫੂਡ ਫॉर ਅਦਰ ਟਾਈਪਸ ਆਫ ਫਿਸ਼, ਕਿਉਂਕਿ ਸਮੁੰਦਰ ਦੇ ਵਿੱਚ ਹੋਰ ਵੀ ਤਰੀਕੇ ਦੀਆਂ ਫਿਸ਼ਿਜ਼ ਨੇ ਜਿਨ੍ਹਾਂ ਦਾ ਭੋਜਨ ਸਿਰਫ ਟਾਈਨੀ ਸੀ ਕ੍ਰੀਏਚਰਸ ਨੇ। ਓਕੇ, ਸੋ ਇਜ਼ ਡੇਂਜਰ ਦੇ ਵਿੱਚ ਜਾਂਦੀ ਹੈ। ਸੋ ਇਹ ਆਪਣਾ ਆਨਸਰ ਹੋ ਗਿਆ ਲਾਸਟ ਟੈਂਸ਼ਨ LT। ਸੋ ਆਪਾਂ ਇੱਥੇ LT ਲਿਖਾਂਗੇ। ਓਕੇ, ਇਹ ਤੁਸੀਂ ਪ੍ਰੋਪਰ ਅੰਡਰਸਟੈਂਡਿੰਗ ਦੇ ਨਾਲ ਇਹਦਾ ਜਿਸਟ ਕੱਢਿਆ ਮੈਂ, ਇਹਦਾ ਪੂਰਾ ਨਿਚੋੜ ਕੱਢ ਕੇ ਸੋ ਇਹਦਾ ਮੀਨਿੰਗ ਇਹ ਆਇਆ। ਸੋ ਪਲੀਜ਼ ਤੁਸੀਂ ਜ਼ਰੂਰੀ ਨਹੀਂ ਕਿ ਐਜ਼ ਇਟ ਇਜ਼ ਤੁਸੀਂ ਦੇਖੋ, ਤਾਂ ਪ੍ਰੋਪਰ ਤੁਸੀਂ ਓਵਰਆਲ ਵਿਊ ਵੀ, ਓਵਰਆਲ ਉਹਦਾ ਮੀਨਿੰਗ ਵੀ ਦੇਖੋ ਜਿਸ ਤਰੀਕੇ ਨਾਲ ਯੈਸ ਨੂੰ ਨਾਟ ਗਿਵਨ ਦੇ ਵਿੱਚ ਹੁੰਦਾ। ਓਕੇ, ਸੋ ਉਸ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਰਾਈਟਰ ਕੀ ਹੈ ਆਪਣਾ, ਈਵਨ ਲੀਗਲ ਕੈਮੀਕਲਸ ਯੂਜ਼ਡ ਇਨ ਫਾਰਮਸ ਸਚ ਐਜ਼ ਦੋਜ਼ ਯੂਜ਼ਡ ਟੂ ਕੰਬਾਟ ਦ ਸੀ ਲਾਈਜ਼, ਲੜਨਾ ਜਾਂ ਕਾਬੂ ਪਾਉਣਾ। ਓਕੇ, ਦ ਸੀ ਲਾਈਜ਼, ਸੀ ਸਮੁੰਦਰ। ਓਕੇ, ਲਾਈਜ਼ ਹੁੰਦਾ ਹੈ ਕੋਈ ਪੈਰਾਸਾਈਟ ਜਾਂ ਆਰਗੈਨਿਜ਼ਮਸ ਹੋ ਸਕਦੇ ਨੇ, ਮਾਈਕਰੋ ਆਰਗੈਨਿਜ਼ਮ ਪਾਣੀ ਦੇ ਵਿੱਚ। ਜੋ ਨਹੀਂ ਸਮਝ ਆ ਰਹੀ ਚੀਜ਼ ਉਹਨੂੰ ਛੱਡੋ, ਕੌਮਾ। ਕੈਨ ਅਨਬੈਲੈਂਸ ਮਾਈਕਰੋ ਆਰਗੈਨਿਜ਼ਮ ਪੋਪੂਲੇਸ਼ਨ, ਮਾਈਕਰੋ ਆਰਗੈਨਿਜ਼ਮ ਪੋਪੂਲੇਸ਼ਨ ਵੀ ਸਫਰ ਕਰ ਰਹੀ ਹੈ। ਅਫੈਕਟਿੰਗ ਦ ਅਦਰ ਆਰਗੈਨਿਜ਼ਮਸ ਦੈਟ ਫੀਡ ਔਨ ਦੈਮ, ਬਾਕੀ ਆਰਗੈਨਿਜ਼ਮਸ ਦੇ ਵੀ ਪ੍ਰਭਾਵ ਪੈ ਰਿਹਾ ਕਿ ਜਿਹੜੇ ਉਹਨਾਂ ਦੇ ਉੱਤੇ ਫੀਡ ਕਰਦੇ ਨੇ। ਸੋ ਅੱਗੇ ਆਪਣਾ ਇੱਥੇ ਰਾਈਟਰ ਦਾ ਨੇਮ ਆ ਗਿਆ, ਇੱਥੋਂ ਆਪਾਂ ਚੰਗੀ ਤਰ੍ਹਾਂ ਪੜ੍ਹੋ। ਕੈਵਿਨ ਡਨਨ, ਡਾਇਰੈਕਟਰ ਆਫ FEO। ਕੈਵਿਨ ਡਨਨ ਕੌਣ ਹੈ, ਡਾਇਰੈਕਟਰ ਹੈ FEO ਸਕਾਟਲੈਂਡ ਦਾ। ਹੈਜ਼ ਵਾਰਨਡ ਦੈਟ, ਉਸਨੇ ਵਾਰਨਿੰਗ ਦਿੱਤੀ ਹੈ ਕਿ ਯੂਜ਼ਿੰਗ ਇਨਐਪਰੋਪ੍ਰੀਏਟ ਕੈਮੀਕਲਸ, ਪਹਿਲਾਂ ਤਾਂ ਇੱਥੇ ਆ ਗਿਆ ਆਪਣਾ ਜਿਹੜਾ ਕੀਵਰਡ ਇੱਥੇ ਕੈਮੀਕਲਸ ਦਾ ਆਪਾਂ ਪੜ੍ਹਿਆ ਸੀਗਾ, ਕੈਮੀਕਲਸ। ਓਕੇ, ਯੂਜ਼ਿੰਗ ਇਨਐਪਰੋਪ੍ਰੀਏਟ ਕੈਮੀਕਲਸ, ਮਿਸਯੂਜ਼ ਕੈਮੀਕਲਸ। ਸੋ ਇਹ ਆਪਾਂ ਨੂੰ ਐਜ਼ ਇਟ ਇਜ਼ ਚੀਜ਼ ਮਿਲ ਗਈ, ਇਹਨਾਂ ਦਾ ਆਪਾਂ ਕਨਫਰਮ ਹੋ ਗਏ। ਹੋਰ ਕਿਤੇ ਕੈਮੀਕਲਸ ਦੀ ਇਹਨਾਂ ਨੇ ਗੱਲ ਹੀ ਨਹੀਂ ਕੀਤੀ। ਓਕੇ, ਐਂਡ ਮੈਡੀਸਨਸ ਹੈਜ਼ ਦਾ ਪੋਟੈਂਸ਼ੀਅਲ ਟੂ ਡੂ ਰੀਅਲ ਇਨਵਾਇਰਮੈਂਟਲ, ਮਤਲਬ ਇਨਵਾਇਰਮੈਂਟ ਦੇ ਕਾਫੀ ਜ਼ਿਆਦਾ ਡੈਮੇਜ ਪਾਉਂਦੇ ਨੇ। ਵੀ ਵਿਲ ਪ੍ਰੋਸੀਕਿਊਟ ਦੀ ਗੱਲ ਕੀਤੀ, ਇੱਥੇ ਇਹਨਾਂ ਨੇ ਲੀਗਲ ਐਕਸ਼ਨ ਦੀ ਗੱਲ ਕੀਤੀ ਹੈ। ਪ੍ਰੋਸੀਕਿਊਟ ਲੀਗਲ ਐਕਸ਼ਨ, ਸੇਮ ਥਿੰਗ। ਇਫ ਵੀ ਫਾਈਂਡ ਇਨਫ ਐਵੀਡੈਂਸ, ਇੱਥੇ ਇਹਨਾਂ ਨੇ ਧਮਕੀ ਦੀ ਗੱਲ ਕੀਤੀ, ਇੱਥੇ ਇਹਨਾਂ ਨੇ ਧਮਕਾਇਆ। ਓਕੇ, ਵਾਰਨਿੰਗ ਹੈ, ਪ੍ਰੋਸੀਕਿਊਟ ਕਰਨਗੇ ਇਹ, ਠੀਕ ਹੈ। ਲੀਗਲ ਐਕਸ਼ਨਸ ਮਤਲਬ ਕੀ ਹੈ, ਥ੍ਰੈਟਨਸ। ਸੋ ਇਹ ਚੀਜ਼ ਕੈਵਿਨ ਡਨਨ ਨੇ ਕਹੀ ਹੈ ਕਿ ਜਿਹੜੇ ਕਿ ਫਾਰਮਸ ਕੈਮੀਕਲਸ ਦੀ ਮਿਸਯੂਜ਼ ਕਰਨਗੇ, ਸੋ
ਉਹਨਾਂ ਤੇ ਲੀਗਲ ਐਕਸ਼ਨ ਲਿਆ ਜਾਏਗਾ। ਇਹਦਾ ਮੀਨਿੰਗ ਇਹ ਹੈ। ਸੋ ਇਹਦਾ ਮੀਨਿੰਗ ਵੀ ਇਹੀ ਹੈ। ਇਨਐਪਰੋਪ੍ਰੀਏਟ ਕੈਮੀਕਲ ਦੇ ਤੁਸੀਂ ਯੂਜ਼ ਕਰੋਗੇ ਤੇ ਦਵਾਈਆਂ ਜਿਹੜੇ ਕਿ ਇਨਵਾਇਰਨਮੈਂਟ ਨੂੰ ਡੈਮੇਜ ਕਰਦੀਆਂ ਨੇ, ਸੋ ਵੀ ਵਿਲ ਪ੍ਰੋਸੀਕਿਊਟ ਇਫ ਵੀ ਫਾਈਂਡ ਇਨਫ ਐਵੀਡੈਂਸ। ਜੇ ਸਾਨੂੰ ਕੋਈ ਸਬੂਤ ਮਿਲ ਗਿਆ ਸੋ ਆਪਾਂ ਕੀ ਕਰਾਂਗੇ, ਲੀਗਲ ਐਕਸ਼ਨ ਲਵਾਂਗੇ। ਸੋ ਵੀ ਵਿਲ ਪ੍ਰੋਸੀਕਿਊਟ ਔਰ ਵੀ ਵਿਲ ਟੇਕ ਲੀਗਲ ਐਕਸ਼ਨ। ਇਹ ਸੇਮ ਚੀਜ਼ ਹੈ। ਸੋ ਇਹ ਕਿਹਾ ਹੈ ਕੈਵਿਨ ਡਨਨ ਨੇ। ਸੋ ਕੈਵਿਨ ਡਨਨ ਇਹ ਸੀ, ਕੈਵਿਨ ਡਨਨ ਨੂੰ ਆਪਾਂ ਇੱਥੇ ਕੱਟ ਦਾਂਗੇ। ਸੋ ਆਪਾਂ ਕਿਹੜੀ ਪਾ ਦਾਂਗੇ ਆਪਾਂ ਇੱਥੇ। ਓਕੇ ਡਨ। ਸੋ ਆਪਣੇ ਕਿਹੜੇ ਹੋ ਗਏ, 16th ਹੋ ਗਿਆ, 20th ਹੋ ਗਿਆ, 21 ਹੋ ਗਿਆ। ਬਿਲਕੁਲ ਈਜ਼ੀ ਤੁਹਾਨੂੰ ਲੱਗੂਗਾ। ਇੱਕ ਦੋ ਵਾਰ ਤੁਹਾਨੂੰ ਡਿਫੀਕਲਟ ਚੀਜ਼ ਲੱਗਦੀ ਹੈ ਜਦੋਂ ਕੋਈ ਵੀ ਆਪਾਂ ਚੀਜ਼ ਕਰਦੇ ਹਾਂ, ਬਟ ਇੱਕ ਵਾਰੀ ਜਦੋਂ ਆਪਾਂ ਇਸ ਚੀਜ਼ ਦੀ ਹੈਬਚੁਅਲ ਹੋ ਗਏ, ਓਕੇ, ਸੋ ਪਹਿਲੇ ਸਟੈਪਸ ਸਮਝਾਉਣ ਲੱਗੇ ਤੁਹਾਨੂੰ, ਮੈਨੂੰ ਤਾਂ ਟਾਈਮ ਲੱਗਾ ਤੁਹਾਨੂੰ ਸਮਝਾਉਣ ਲੱਗੇ, ਬਟ ਜਦੋਂ ਤੁਸੀਂ ਉਹ ਚੀਜ਼ ਕਰੋਗੇ, ਨੈਕਸਟ ਟਾਈਮ ਤੁਸੀਂ ਕਰੋਗੇ ਤਾਂ ਬਿਲਕੁਲ ਤੁਹਾਨੂੰ ਟਾਈਮ ਹੀ ਨਹੀਂ ਲੱਗਣਾ ਹੈਗਾ। ਬਿਲਕੁਲ ਈਜ਼ੀ ਟ੍ਰਿਕ ਹੈ, ਬਿਲਕੁਲ ਈਜ਼ੀ ਮੈਥਡ ਹੈ ਇਹਦਾ। ਪਲੀਜ਼ ਹੋਰ ਕੋਈ ਇਸ ਦਾ ਸ਼ਾਰਟਕਟ ਨਹੀਂ ਹੈਗਾ। ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਨੂੰ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਐਂਡ ਪਲੀਜ਼ ਡੋਂਟ ਫੋਰਗੇਟ ਟੂ ਹਿੱਟ ਦ ਬੈਲ ਆਈਕਨ। ਥੈਂਕਸ ਅ ਲੋਟ।